ਰਾਹ ਬਣਦੇ ਨੇ। ਇਹ ਸਤਰਾਂ ਪੰਜਾਬ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਦੀਆਂ ਨੇ ਜੋ ਪੰਜਾਬ ਦੇ ਵਿੱਚ ਬਿਲਕੁਲ ਸਹੀ ਟੁਕ ਰਹੀਆਂ ਨੇ, ਕਿਉਂਕਿ ਪੰਜਾਬ ਦੇ ਲੋਕ ਆਪਣੇ ਰਾਹ, ਪੰਜਾਬ ਦੇ ਕਿਸਾਨ ਆਪਣੇ ਰਾਹ ਖੁਦ ਬਣਾਉਣ ਲਈ ਸੜਕਾਂ, ਰੇਲਵੇ ਟਰੈਕਾਂ ਤੇ ਆ ਚੁੱਕੇ ਨੇ। ਮਸਲਾ 3 ਖੇਤੀ ਆਰਡੀਨੈਂਸਾਂ ਦਾ ਹੈ। ਸਤਿ ਸ਼੍ਰੀ ਅਕਾਲ, ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਰੀਤ ਕੌਰ। ਪੰਜਾਬ ਦੀ ਕਿਸਾਨੀ ਇਸ ਵੇਲੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੜਕਾਂ ਤੇ ਉਤਰੀ ਹੋਈ ਹੈ। ਮਸਲਾ 3 ਖੇਤੀ ਆਰਡੀਨੈਂਸਾਂ ਦਾ ਹੈ ਜੋ ਹੁਣ ਕਾਨੂੰਨ ਬਣ ਚੁੱਕੇ ਨੇ। ਕਿਸਾਨ ਕਹਿੰਦੇ ਨੇ ਕਿ ਇਹ ਕਾਨੂੰਨ ਅਸੀਂ ਰੱਦ ਕਰਵਾ ਕੇ ਰਵਾਂਗੇ ਤੇ ਕੇਂਦਰ ਸਰਕਾਰ ਕਹਿੰਦੀ ਹੈ ਕਿ ਇਹ ਕਾਨੂੰਨ ਅਸੀਂ ਲਾਗੂ ਕਰਕੇ ਰਵਾਂਗੇ। ਇਸ ਵੇਲੇ ਪੰਜਾਬ ਦੀ ਕਿਸਾਨੀ ਦੇ ਨਾਲ ਪੰਜਾਬ ਦੀ ਜਵਾਨੀ ਤੇ ਪੰਜਾਬ ਦੇ ਕਲਾਕਾਰ ਦੇ ਨਾਲ ਸਮੂਹ ਜਥੇਬੰਦੀਆਂ ਸੜਕਾਂ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਨਿਤਰੀਆਂ ਨੇ। ਇਸ ਵੇਲੇ ਅਸੀਂ ਰਾਜਪੁਰਾ ਸ਼ੰਭੂ ਬਾਰਡਰ ਤੇ ਮੌਜੂਦ ਹਾਂ, ਜਿੱਥੇ ਕਿਸਾਨ ਰੇਲਵੇ ਟਰੈਕ ਜਾਮ ਕਰਕੇ ਆਪਣੀਆਂ ਹੱਕਾਂ ਲਈ ਲੜ ਰਹੇ ਨੇ, ਆਪਣੀਆਂ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਨੇ। ਗੱਲਬਾਤ ਕਰਦੇ ਹਾਂ ਕਿਸਾਨਾਂ ਦੇ ਨਾਲ। ਬਾਪੂ ਜੀ, ਆਪਣੀ ਜ਼ਿੰਦਗੀ ਦੀ ਅੱਧੀ ਸਦੀ ਹੰਢਾ ਚੁੱਕੇ ਹੋ ਤੇ ਇਹ ਕਿਹੜਾ ਦੌਰ ਆ ਗਿਆ ਜਿੱਥੇ ਤੁਹਾਨੂੰ ਸੜਕਾਂ ਤੇ ਆ ਕੇ ਧਰਨੇ ਦੇਣੇ ਪੈ ਰਹੇ ਨੇ? ਇਹ ਜਿਵੇਂ ਨਾ 47 ਚ ਹੋਇਆ ਸੀ ਤੇ 84 ਚ ਹੋਇਆ ਸੀ, ਉਸੇ ਤਰ੍ਹਾਂ ਹੀ ਮੋਦੀ ਨੇ ਕਿਸਾਨ ਪੰਜਾਬ ਦੇ ਕਿਸਾਨਾਂ ਦੇ ਨਾਲ ਕੀਤਾ ਹੈ। ਇਸੇ ਕਰਕੇ ਪੰਜਾਬ ਦਾ ਬੱਚਾ ਇਸ ਲਹਿਰ ਦੇ ਵਿੱਚ ਉੱਠਿਆ ਹੈ ਤੇ ਜਿੰਨਾ ਚਿਰ ਇਹ ਕਿਸਾਨ ਮੁਰਦੀ ਜਿਹੜੇ ਆਰਡੀਨੈਂਸ ਨੇ ਉਹ ਰੱਦ ਨਹੀਂ ਕਰਾ ਲੈਂਦੇ, ਸਾਡੇ ਪੰਜਾਬ ਦੇ ਲੋਕ, ਨੌਜਵਾਨ, ਬੁੱਢੇ, ਬਜ਼ੁਰਗ, ਮਾਤਾਵਾਂ ਉਹਨਾਂ ਚਿਰ ਸੜਕਾਂ ਤੇ ਰਹਿਣਗੀਆਂ। ਕਿਉਂਕਿ ਤੁਹਾਨੂੰ ਪਤਾ ਹੈ ਵੀ ਅੱਜ ਕੱਲ੍ਹ ਇੱਕ ਤਾਂ ਝੋਨਾ ਵੱਢਣ ਦਾ ਟਾਈਮ ਹੈ, ਇੱਕ ਹਾੜੀ ਬੀਜਣ ਦਾ ਟਾਈਮ ਹੈ। ਤੁਸੀਂ ਦੇਖਦੇ ਹੋ ਕਿ ਸਾਰੇ ਜਿੰਨਾ ਵੀ ਪੰਜਾਬ ਹੈ ਸੜਕਾਂ ਤੇ ਰੇਲਾਂ ਤੇ ਹੈ। ਤੇ ਹੁਣ ਜਿੰਨਾ ਚਿਰ ਸਾਡੀ ਇਹ ਆਰ ਪਾਰ ਦੀ ਲੜਾਈ ਹੈ, ਜਿੰਨਾ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ, ਅਸੀਂ ਇਹ ਸੰਘਰਸ਼ ਨੂੰ ਠੰਡਾ ਨਹੀਂ ਪੈਣ ਦੇਣਾ। ਕਿਉਂਕਿ ਚਾਹੇ ਅਸੀਂ ਆਪਣੀਆਂ ਸੰਘਰਸ਼ ਦਾ ਰਾਹ ਸੌਖਾ ਨਹੀਂ ਹੁੰਦਾ, ਅੱਗ ਤੇ ਦਰਿਆਵਾਂ ਤੇ ਤੁਰਨ ਦੇ ਬਰਾਬਰ ਹੁੰਦਾ ਸੰਘਰਸ਼। ਤੇ ਜਿਵੇਂ ਸਾਨੂੰ ਦੱਸਦੇ ਨੇ, ਸਾਡੇ ਕਰਤਾਰ ਸਰਾਬੇ ਗਦਰੀ ਬਾਬੇ ਭਗਤ ਸਿੰਘ ਸਾਨੂੰ ਦੱਸ ਗਏ ਨੇ, ਸਾਡੇ ਗੁਰੂ ਦੱਸ ਗਏ ਨੇ ਵੀ ਕਿਵੇਂ ਜਿਹੜੀ ਦੇਸ਼ ਦੀ ਰਾਖੀ ਕਿਵੇਂ ਕਰਨੀ ਹੈ। ਉਹ ਅਸੀਂ ਆਪਣੇ ਛਾਤੀ 'ਚ ਗੋਲੀ ਖਾਵਾਂਗੇ ਲੇਕਿਨ ਪਿੱਠ 'ਚ ਨਹੀਂ ਖਾਵਾਂਗੇ। ਜਿੰਨਾ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਸਾਡਾ ਇਸੇ ਤਰ੍ਹਾਂ ਹੀ ਲੜਾਈ ਸਾਡੀ ਜਾਰੀ ਰਹੂਗੀ ਤੇ ਇਸੇ ਰੇਲਵੇ ਟਰੱਕਾਂ ਤੇ ਰਹਾਂਗੇ, ਸੜਕਾਂ ਤੇ ਰਹਾਂਗੇ, ਜਾਂ ਦਿੱਲੀ ਦੀਆਂ ਜਿਹੜੀਆਂ ਨੇ ਸੜਕਾਂ ਉਹ ਘੇਰਾਂਗੇ। ਜੀ, ਪੰਜਾਬ ਦੇ ਬਜ਼ੁਰਗ ਕਿਸਾਨਾਂ ਦਾ ਦਰਦ ਜਿਹੜਾ ਹੈ ਤੁਸੀਂ ਸੁਣਿਆ। ਪੰਜਾਬ ਦੀ ਜਵਾਨੀ ਦੇ ਨਾਲ ਵੀ ਗੱਲ ਕਰਾਂਗੇ, ਜਿਨ੍ਹਾਂ ਤੇ ਅਕਸਰ ਦੋਸ਼ ਲੱਗਦੇ ਨੇ ਕਿ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਉਹ ਨਸ਼ੇ ਦੇ ਵਿੱਚ ਗਲਤਾਨ ਹੈ ਤੇ ਆਪਣੇ ਰਾਹ ਤੋਂ ਭਟਕੀ ਹੋਈ ਹੈ। ਗੱਲਬਾਤ ਕਰਾਂਗੇ। ਧਰਨੇ ਦੇਣੇ ਪੈ ਰਹੇ ਨੇ, ਕਿੱਥੇ ਤੱਕ ਜਾਏਗਾ ਇਹ ਸੰਘਰਸ਼? ਇਹ ਜਿੱਥੇ ਕੋਈ ਪਤਾ ਨਹੀਂ ਕਿੱਥੇ ਤੱਕ ਇਹ ਸੰਘਰਸ਼ ਚੱਲਿਆ ਜਾਵੇ, ਕਿਉਂਕਿ ਪੰਜਾਬ ਦੀ ਅੱਗ ਹੁਣ ਫੈਲ ਚੁੱਕੀ ਹੈ। ਨੌਜਵਾਨ ਤੋਂ ਲੈ ਕੇ ਬਜ਼ੁਰਗ ਤੱਕ, ਮਾਤਾ ਭੈਣਾਂ ਸਾਰੀਆਂ ਇੱਥੇ ਇਕੱਠੇ ਹੋ ਕੇ ਅੱਗ 'ਚ ਹਿੱਸਾ ਲੈ ਰਹੀਆਂ। ਇਹਦਾ ਕੋਈ ਪਤਾ ਨਹੀਂ ਕਿ ਅੱਗ ਦਿੱਲੀ ਤੱਕ ਜਲਦੀ ਜਾਊਗੀ, ਅੱਗ ਇੱਥੋਂ ਚੱਲੂਗੀ ਤਾਂ ਇਹਦਾ ਕੋਈ ਪਤਾ ਨਹੀਂ ਅੱਗ ਕਿੰਨੀ ਜ਼ੋਰ ਫੜ ਲੇ ਤੇ ਕਿੰਨਾ ਕੁ ਜ਼ੋਰ ਨਾ ਫੜੇ। ਇਹ ਤਾਂ ਅੱਗ ਬਹੁਤ ਜ਼ਿਆਦਾ ਹੁਣ ਭੰਬੜ ਗਈ ਹੈ। ਇਹਨੂੰ ਇੱਥੇ ਪਾਣੀ ਪਾ ਕੇ ਰੋਕਿਆ ਨਹੀਂ ਜਾ ਸਕਦਾ। ਸਰਕਾਰਾਂ ਕਹਿਣਗੇ ਅਸੀਂ ਇਹਨੂੰ ਠੰਡਾ ਕਰ ਦੇਵਾਂਗੇ, ਇਹ ਠੰਡੀ ਨਹੀਂ ਹੋਣ ਵਾਲੀ ਜੰਗ, ਇਹ ਸਗੋਂ ਹੋਰ ਭਖਣ ਵਾਲੀ ਜੰਗ ਹੈ। ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਜੰਗ ਕਿਹੜਾ ਰੂਪ ਲੈਂਦੀ ਹੈ। ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਮੀਟਿੰਗ ਲਈ ਸੱਦਾ ਦਿੱਤਾ ਗਿਆ ਸੀ ਤੇ ਕਿਸਾਨ ਜਥੇਬੰਦੀਆਂ ਨੇ ਬਿਲਕੁਲ ਨਾ ਕਰ ਦਿੱਤੀ। ਮੀਟਿੰਗ ਦਾ ਜਿਹੜਾ ਸੱਦਾ ਹੈ ਉਹ ਠੁਕਰਾ ਦਿੱਤਾ ਗਿਆ, ਕਿਉਂਕਿ ਉਸ ਮੀਟਿੰਗ ਕਮੇਟੀ ਦੇ ਕੋਲ ਇਹਨਾਂ ਬਿੱਲਾਂ ਨੂੰ ਰੱਦ ਕਰਨ ਦੀ ਅਥਾਰਟੀ ਨਹੀਂ ਸੀ। ਤੇ ਹੁਣ ਇੱਕ ਵਾਰ ਫਿਰ ਤੋਂ 14 ਅਕਤੂਬਰ ਨੂੰ ਜਿਹੜਾ ਸੱਦਾ ਹੈ ਉਹ ਦਿੱਤਾ ਗਿਆ ਖੇਤੀਬਾੜੀ ਮੰਤਰਾਲੇ ਦੇ ਵੱਲੋਂ। ਕੀ ਮੰਗਾਂ ਲੈ ਕੇ, ਜੇ ਤੁਸੀਂ ਉੱਥੇ ਜਾਂਦੇ ਹੋ ਤਾਂ ਕੀ ਮੰਗਾਂ ਲੈ ਕੇ ਜਾਓਗੇ? ਉੱਥੇ ਜਿਹੜੇ 3 ਇਹ ਆਰਡੀਨੈਂਸ ਹੋਏ ਨੇ ਨਾ, ਇਹਨਾਂ ਰੱਦ ਬਾਰੇ, ਉਹਨਾਂ ਬਾਰੇ ਜਿਹੜੇ ਸਾਡੀ ਆਪਣੇ ਹਾਈ ਕਮਾਨ ਨਾਲ 31 ਯੂਨੀਅਨ ਦੀਆਂ ਹੋਈਆਂ, ਉਹ ਲੀਡਰ ਆਪਣੀਆਂ ਮੰਗਾਂ ਲੈ ਕੇ ਜਾਣਗੇ। ਜੋ ਉਹ ਮੰਗਾਂ ਦੀ ਗੱਲ ਹੋਊਗੀ ਉਹ ਉੱਥੇ ਕਰਨਗੇ। ਪਰ ਅਸੀਂ ਇੰਨੀ ਗੱਲ ਕਰਨੀ ਚਾਹੁੰਦੇ ਹਾਂ, ਜਿੱਥੇ ਯੂਥ ਆ ਜੇ ਔਰ ਮਤਾਮਾ ਭੈਣ ਆ ਜੇ, ਉਹ ਕੋਈ ਮੋਰਚਾ ਨਹੀਂ ਅੜਦਾ ਸਾਡੇ ਮੂਹਰੇ, ਸਾਰੇ ਮੋਰਚੇ ਫਤਿਹ ਹੋਣਗੇ। ਕਦੇ ਡੋਲਿਆ ਨਹੀਂ ਜਿਗਰਾ, ਇੰਨਾ ਲੰਬਾ ਸੰਘਰਸ਼ ਕਰਨਾ ਪੈ ਰਿਹਾ, ਕਦੇ ਮਨੋਬਲ ਡਿੱਗਿਆ ਨਹੀਂ ਕਿ ਇਹ ਕਿਹੜਾ ਦੌਰ ਆ ਗਿਆ ਕਿ ਘਰ-ਬਾਰ ਛੱਡ ਕੇ ਆਪਣੇ ਹੱਕਾਂ ਲਈ ਸੜਕਾਂ ਤੇ ਉਤਰਨਾ ਪੈ ਰਿਹਾ? ਅਸੀਂ ਜੀ ਉਹ ਯੋਧਿਆਂ ਦੇ ਵਾਰਸ ਹਾਂ ਜਿਨ੍ਹਾਂ ਨੇ ਪੰਜਾਬ ਨੂੰ ਸਿਰਜ ਕਰਿਆ। ਡੋਲਿਆ ਦਾ ਮਤਲਬ ਕੋਈ ਨਹੀਂ। ਇਹ ਪੰਜਾਬ ਦੀ ਜਿਹੜੀ ਧਰਤੀ ਹੈ ਨਾ, ਉਹ ਯੋਧਿਆਂ ਦੀ ਧਰਤੀ ਆ ਜਿਹਨੇ ਸੂਰਮਾ ਪੈਦਾ ਕਰੇ ਨੇ। ਉਹ ਸੂਰਮਾ ਪੈਦਾ ਕਰਨ ਵਾਲਾ ਬੰਦਾ ਕਦੇ ਵੀ ਨਹੀਂ ਡੋਲਦਾ। ਸਿਰੇ ਤੱਕ ਲੈ ਕੇ ਜਾਵਾਂਗੇ। ਜਿੱਥੇ ਯੂਥ ਆ ਯਾਰ, ਮਦਾਮਾ ਭੈਣ ਆ ਜੇ, ਉਹ ਮੋਰਚਾ ਕਦੇ ਫੈਲ ਨਹੀਂ ਹੋਇਆ। ਇਸ ਵੇਲੇ ਰਾਜਪੁਰਾ ਸ਼ੰਭੂ ਬਾਰਡਰ ਤੇ ਮੌਜੂਦ ਹਾਂ, ਜਿੱਥੇ ਕਿਸਾਨਾਂ ਦਾ ਦਰਦ ਅਸੀਂ ਸੁਣਿਆ ਹੈ ਤੇ ਕਿਸਾਨਾਂ ਦੀ ਹਮਾਇਤ ਦੇ ਵਿੱਚ ਪੰਜਾਬੀ ਕਲਾਕਾਰ ਜਿਹੜੇ ਨੇ ਉਹ ਵੀ ਲਗਾਤਾਰ ਸਮਰਥਨ ਦੇਣ ਲਈ ਅੱਗੇ ਆਏ ਹੋਏ ਨੇ। ਇਸ ਵੇਲੇ ਸਾਡੇ ਨਾਲ ਪਾਲੀ ਦੇਤਵਾਲੀਆ, ਜਸਵੰਤ ਸੰਦੀਲਾ, ਆਤਮਾ ਬੁੱਢੇਵਾਲ ਤੇ ਸੁਖਵਿੰਦਰ ਸੁਖੀ ਜੀ ਮੌਜੂਦ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਵੱਲੋਂ ਦਾਅਵਾ ਕੀਤਾ ਗਿਆ ਕਿਸਾਨਾਂ ਨੂੰ ਸਮਰਥਨ ਦੇਣ ਦਾ। ਪਾਲੀ ਦੇਤਵਾਲੀਆ ਜੀ ਦੇ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ। ਪਾਲੀ ਜੀ,
ਮਾਵਾਂ ਭੈਣਾਂ ਤੇ ਧੀਆਂ ਦੇ ਗੀਤ ਤੁਹਾਡੀ ਜ਼ੁਬਾਨ ਤੋਂ ਅਕਸਰ ਸੁਣਨ ਨੂੰ ਮਿਲਦੇ ਨੇ ਤੇ ਅੱਜ ਉਹੀ ਮਾਵਾਂ ਭੈਣਾਂ ਧੀਆਂ ਜਿਨ੍ਹਾਂ ਦੇ ਬਾਪ ਪਿਤਾ ਤੇ ਪਤੀ ਸੜਕਾਂ ਤੇ ਉਤਰੇ ਹੋਏ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਗੱਲ ਹੈ ਉਹਨਾਂ ਬਾਰੇ ਇਹ ਕਹਿਣਾ ਚਾਹੁੰਦਾ ਵੀ ਅੱਜ ਜਿਹੜੀ ਆਪਾਂ ਨੂੰ ਮੁਸੀਬਤ ਇਕੱਠਿਆਂ ਨੂੰ ਪਈ ਆ, ਇਕੱਲੇ ਕਿਸਾਨ ਨੂੰ ਨਹੀਂ ਪਈ, ਇਹ ਸਾਡੇ ਕਲਾਕਾਰਾਂ ਨੂੰ, ਸਾਡੇ ਜ਼ਿਮੀਂਦਾਰਾਂ ਨੂੰ, ਸਾਡੇ ਮਜ਼ਦੂਰ ਨੂੰ, ਸਾਂਝੀ ਸੀਰੀ ਨੂੰ, ਦੁਕਾਨਦਾਰ ਨੂੰ, ਆੜ੍ਹਤੀ ਨੂੰ, ਸਾਰਿਆਂ ਨੂੰ ਇਕੱਠੇ ਨੂੰ ਮੁਸੀਬਤ ਪਈ ਆ। ਇਹ ਮੁਸੀਬਤ ਆਪਾਂ ਇਕੱਠੇ ਹੋ ਕੇ ਦੂਰ ਕਰਨੀ ਆ। ਕਹਿੰਦੇ ਵੀ ਜਿਵੇਂ ਕਿਤੇ ਕਹਿੰਦੇ ਵੀ ਇਕੱਲੀ ਗੋਲੀ ਹੋਵੇ ਇਹਦੇ ਨਾਲ ਕੁਝ ਨਹੀਂ ਹੁੰਦਾ, ਸਾਰੇ ਹੱਥ ਇਕੱਠਾ ਹੋ ਜਾਵੇ ਨਾ ਤਾਕਤ ਬਣ ਜਾਂਦੀ ਆ। ਅਸੀਂ ਸਾਰੇ ਇਕੱਠੇ ਹੋ ਕੇ ਸਾਰੇ ਕਲਾਕਾਰ ਜ਼ਿਮੀਂਦਾਰਾਂ ਯੂਨੀਅਨ ਦੇ ਨਾਲ ਆ, ਅਸੀਂ ਹਮੇਸ਼ਾ ਇਹਨਾਂ ਦੇ ਨਾਲ ਰਵਾਂਗੇ ਤੇ ਇਹ ਜੰਗ ਜਿਵੇਂ ਕਿ ਪੰਜਾਬ ਮਿਸ਼ਨ ਲੈ ਲਿਓ ਨੂੰ, ਅਸੀਂ ਇਹ ਜੰਗ ਜਿੱਤ ਕੇ ਰਵਾਂਗੇ ਤੇ ਜਿਹੜੇ ਭੈਣ ਭਾਈ ਆ ਸਾਡੇ ਇਹ ਹਮੇਸ਼ਾ ਹੀ ਖੁਸ਼ੀਆਂ ਮਾਣਨਗੇ। ਜਸਵੰਤ ਜੀ, ਅਖਾੜਿਆਂ ਦੇ ਵਿੱਚ ਅਕਸਰ ਤੁਹਾਨੂੰ ਸੁਣਿਆ ਜਾਂਦਾ ਹੈ ਤੇ ਅੱਜ ਤੁਸੀਂ ਕਿਸਾਨਾਂ ਦੇ ਹਿੱਤ ਦੇ ਵਿੱਚ ਆਏ ਹੋ। ਕਿਸਾਨ ਜਿਹੜਾ ਅੰਦੋਲਨ ਹੈ ਉਹਦਾ ਅਖਾੜਾ ਜਿਹੜਾ ਪੂਰੀ ਤਰ੍ਹਾਂ ਭਖਿਆ ਹੋਇਆ ਉਹਨੂੰ ਸਮਰਥਨ ਦੇਣ ਆਏ ਹੋ। ਕਿੱਥੇ ਤੱਕ ਜਾਏਗਾ ਇਹ ਜਿਹੜਾ ਸਮਰਥਨ ਹੈ ਤੁਹਾਡਾ? ਸਾਡਾ ਜੀ ਜਿੰਨਾ ਚਿਰ ਕਿਸਾਨ ਇਹ ਆਪਣੇ ਏਮ ਦੇ ਪੂਰੇ ਨਹੀਂ ਹੁੰਦੇ, ਜਿੰਨਾ ਚਿਰ ਇਹ ਜਿਹੜੇ ਬਿੱਲ ਵਾਪਸ ਨਹੀਂ ਹੁੰਦੇ, ਕਿਸਾਨ ਜਦੋਂ ਇਹਦੀ ਆਪਣਾ ਸੰਘਰਸ਼ ਜਾਰੀ ਰੱਖਣਗੇ ਤੇ ਕਲਾਕਾਰ ਵੀ ਉਹਨਾਂ ਚਿਰ ਨਾਲ ਖੜੇ ਆ। ਭਾਵੇਂ ਕੋਈ ਵੀ ਹਾਲਾਤ ਹੋਣ ਬਣਨ, ਅਸੀਂ ਹਮੇਸ਼ਾ ਸੱਚੇ ਦਿਲੋਂ ਉਹਨਾਂ ਦੇ ਨਾਲ ਚੱਲੇ ਆ, ਕਿਉਂਕਿ ਸਾਡੀ ਸਾਰੀ ਕਲਾਕਾਰੀ, ਸਾਰੀ ਪੰਜਾਬੀਅਤ ਜਿਹੜੀ ਆ ਉਹ ਕਿਸਾਨੀ ਤੇ ਆ। ਜੇ ਕਿਸਾਨੀ ਮਰਦੀ ਸਮਝੋ ਸਾਰਾ ਪੰਜਾਬ ਮਰਦਾ, ਸਾਰੇ ਪੰਜਾਬੀਅਤ ਜਾਂਦੀ ਆ, ਕਿਉਂਕਿ 90% ਲੋਕ ਜਿਹੜੇ ਪੰਜਾਬੀ ਨੇ, ਪੇਂਡੂ ਲੋਕ, ਇਹ ਖੇਤੀ 'ਤੇ ਨਿਰਭਰ ਆ। ਜੇ ਖੇਤੀ ਚਲੇਗੀ ਸਮਝੋ ਪੰਜਾਬ ਦਾ ਲੋਕਾਂ ਦਾ ਜੇ ਰੋਜੀ ਰੋਟੀ ਚਲੇਗੀ। ਇਸ ਕਰਕੇ ਜਦੋਂ ਜਿੰਨਾ ਚਿਰ ਪੰਜਾਬ ਦੀ ਰੋਟੀ ਰੋਜੀ ਕਾਇਮ ਰੱਖਣ ਵਾਸਤੇ ਪੰਜਾਬ ਦਾ ਹਰ ਕਲਾਕਾਰ, ਅੱਜ ਸੁੱਕੀ ਜੀ, ਆਤਮਾ ਜੀ, ਪਾਲੀ ਜੀ, ਹੋਰ ਵੀ ਜਿਹੜੇ ਨਹੀਂ ਆਏ, ਉਹ ਜਿਹੜੇ ਨੇੜੇ ਮੋਰਚੇ ਉੱਥੇ ਸਭ ਹਾਜ਼ਰੀ ਲਵਾ ਰਹੇ ਨੇ ਤੇ ਅਸੀਂ ਹਮੇਸ਼ਾ ਨਾਲ ਆ ਤੇ ਨਾਲ ਰਹਾਂਗੇ। ਆਤਮਾ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗੀ, ਪੰਜਾਬ ਦੀ ਗਾਇਕੀ ਤੇ ਅਕਸਰ ਦੋਸ਼ ਲੱਗਦੇ ਨੇ ਕਿ ਪੰਜਾਬ ਦੀ ਗਾਇਕੀ ਜਿਹੜੀ ਹੈ ਲੱਚਰਤਾ ਪਰੋਸ ਰਹੀ ਹੈ ਤੇ ਅੱਜ ਤੁਸੀਂ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦੀ ਗਾਇਕੀ ਜਦੋਂ ਲੋੜ ਪੈਂਦੀ ਹੈ ਤਾਂ ਪੰਜਾਬ ਦੇ ਹਿੱਤਾਂ ਲਈ ਵੀ ਖੜੀ ਹੋ ਜਾਂਦੀ ਹੈ। ਦੇਖੋ ਜੀ, ਗੱਲ ਇਹ ਆ ਵੀ ਅਕਸਰ ਗੱਲ ਕਰਦੇ ਆ ਵੀ ਕਲਾਕਾਰਾਂ ਦੀ ਗੱਲ ਲੋਕ ਬਹੁਤ ਸੁਣਦੇ ਆ। ਸਾਨੂੰ ਇਹ ਲੱਗਦਾ ਵੀ ਜਿੰਨਾ ਵੀ ਅਸੀਂ ਗਾਇਆ, ਅਸੀਂ ਸੱਭਿਆਚਾਰ ਨੂੰ, ਪੰਜਾਬੀ ਵਿਰਸੇ ਨੂੰ ਮੁੱਖ ਰੱਖ ਕੇ ਗਾਇਆ। ਜਿਵੇਂ ਚਾਹੇ ਪਾਲੀ ਦੇਤਲੀਆ, ਚਾਹੇ ਜਸਵੰਤ ਸਦੀਲਾ ਜੀ, ਸੁੱਖੀ ਜੀ ਆ, ਅੱਜ ਇਹ ਚਾਰੇ ਅਸੀਂ ਇਸ ਗੱਲ ਦਾ ਵਾਅਦਾ ਕਰਦੇ ਹਾਂ ਜੇਕਰ ਸਾਡੇ ਲਫ਼ਜ਼ਾਂ ਤੇ ਕੋਈ ਅਸਰ ਹੋਇਆ ਤੇ ਉਹਦੀ ਅੱਜ ਜਵਾਨੀ ਤਾਂ ਵੀ ਸਾਡੀ ਅੱਜ ਮੰਨ ਲਓ ਟਰੈਕਾਂ ਤੇ ਆਈ ਆ ਜਾਂ ਧਰਨਿਆਂ ਵਿੱਚ ਆਈ ਆ। ਕਿਉਂਕਿ ਹੋ ਸਕਦਾ ਕੋਈ ਸਾਡੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਆ ਕਿ ਕਿਸਾਨ ਵਰਗ ਆ ਜਿਹੜਾ ਸਾਡਾ ਆਪਣਾ ਵਰਗ ਹੈ, ਜੇਕਰ ਇਹ 'ਤੇ ਅੱਜ ਮੁਸੀਬਤ ਆਈ ਆ, ਸਾਰੇ ਕਲਾਕਾਰ ਨਾਲ ਆ ਔਰ ਆਖਰੀ ਸਾਹ ਤੱਕ ਇਹਨਾਂ ਨਾਲ ਰਹਾਂਗੇ। ਸੁਖੀ ਜੀ, ਕਿਸਾਨ ਜਿਹੜਾ ਸੰਘਰਸ਼ ਹੈ ਬੜੇ ਜ਼ੋਰਦਾਰ ਸ਼ਬਦਾਂ ਦੇ ਨਾਲ ਤੁਸੀਂ ਇਹਦਾ ਸਮਰਥਨ ਕਰਦੇ ਹੋ ਤੇ ਹੁਣ ਇਹ ਜਿਹੜਾ ਸੰਘਰਸ਼ ਹੈ ਕਿੱਥੇ ਤੱਕ ਜਾਊਗਾ ਤੇ ਕਿੱਥੇ ਤੱਕ ਤੁਹਾਡਾ ਜਿਹੜਾ ਸਮਰਥਨ ਹੈ ਉਹ ਜਾਊਗਾ ਤੇ ਪੰਜਾਬ ਦੀ ਜਿਹੜੀ ਗਾਇਕੀ ਹੈ ਜੋ ਰਹਿੰਦੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋ? ਦੇਖੋ, ਜਦੋਂ ਕੋਈ ਐਥਲੀਟ ਭੱਜਣਾ ਸ਼ੁਰੂ ਕਰਦਾ ਉਹ ਕਦੇ ਵੀ ਇਹ ਨਹੀਂ ਸੋਚਦਾ ਵੀ ਮੈਂ ਟਰੈਕ ਦੇ ਵਿਚਾਲਿਓਂ ਅੱਧੀ ਦੌੜ ਛੱਡ ਕੇ ਵਾਪਸ ਆ ਜਾਣਾ। ਉਹ ਭਾਵੇਂ ਫਸਟ ਆਵੇ, ਸੈਕੰਡ ਆਵੇ, ਥਰਡ, ਭਾਵੇਂ ਕੋਈ ਇਨਾਮ ਨਾ ਵੀ ਜਿੱਤੇ, ਪਰ ਉਹ ਜਿਹੜੀ ਉਹਦੀ ਰੇਸ ਹੁੰਦੀ ਹੈ ਉਹ ਰੇਸ ਜ਼ਰੂਰ ਉਹਦੀ ਪੂਰੀ ਕਰਦਾ। ਇਸ ਕਰਕੇ ਇਹ ਅੰਦੋਲਨ ਇਹ ਤਾਂ ਕਿ ਅਸੀਂ ਸੋਚ ਕੇ ਸ਼ੁਰੂ ਨਹੀਂ ਕੀਤਾ ਕਿਸਾਨਾਂ ਨੇ ਜਾਂ ਸਾਡੇ ਮਜ਼ਦੂਰਾਂ ਨੇ ਜਾਂ ਸਾਡੇ ਕਾਰੋਬਾਰੀਆਂ ਨੇ ਜਾਂ ਕਲਾਕਾਰ ਨਾਲ ਜੁੜੇ ਨੇ ਵੀ ਅਸੀਂ ਇਹਨੂੰ ਵਿਚਾਲੇ ਛੱਡਣਾ ਜਾਂ ਅੰਦੋਲਨ ਨੇ ਫੇਲ ਹੋਣਾ। ਇਹ ਅੰਦੋਲਨ ਨੇ ਸਫਲ ਹੋਣਾ, ਇਹਦੇ ਵਿੱਚ ਸਫਲਤਾ ਮਿਲਣੀ ਆ। ਅਸੀਂ ਤਾਂ ਇਸ ਕਰਕੇ ਵੀ ਇਹ ਜਦੋਂ ਕਿਸੇ ਵੀ ਕੰਮ ਨੂੰ ਟਾਈਮ ਲੱਗਦਾ, ਕਿਉਂਕਿ ਜਦੋਂ ਕਿ ਆਪਾਂ ਬਿਲਡਿੰਗ ਬਣੀ ਦੇਖਦੇ ਹਾਂ, ਕੋਈ ਕੰਮ ਹੋਇਆ ਦੇਖਦੇ ਹਾਂ, ਕਿ ਬਿਲਡਿੰਗ ਆਪਾਂ ਦੇਖਦੇ ਹਾਂ ਕਿ ਉਦੋਂ ਇਹ ਨਹੀਂ ਦੇਖਿਆ ਜਾਂਦਾ ਬਿਲਡਿੰਗ ਬਣਾਉਣ ਨੂੰ ਟਾਈਮ ਕਿੰਨਾ ਲੱਗਿਆ, ਦੇਖਿਆ ਇਹ ਜਾਂਦਾ ਬਿਲਡਿੰਗ ਬਣੀ ਕਿੰਨੀ ਸੋਹਣੀ ਆ। ਇਸ ਕਰਕੇ ਇੱਥੇ ਇਹ ਨਹੀਂ ਦੇਖਿਆ ਜਾਣਾ ਕਿ ਇਸ ਮਤਲਬ ਇਹ ਮੰਨ ਲਿਆ ਜਾਵੇ ਕਿ ਜਿਹੜੇ ਕਲਾਕਾਰ ਨੇ ਕਿਸਾਨੀ ਸੰਘਰਸ਼ ਦੇ ਵਿੱਚ ਕਿਸਾਨੀ ਦੀ ਚੰਗੀ ਜ਼ਿੰਦਗੀ ਦੇ ਲਈ ਇੱਕ ਨੀਂਹ ਪੱਥਰ ਰੱਖਣ ਦਾ ਕੰਮ ਕਰ ਰਹੇ ਨੇ। ਨਹੀਂ, ਬਿਲਕੁਲ। ਦੇਖੋ, ਇਹ ਜਿਹੜੀ ਕਿਸਾਨੀ ਆ ਸਾਡੀ ਧੁਰਾ ਆਰਥਿਕਤਾ ਪੰਜਾਬ ਦੀ ਦਾ, ਜੇ ਕਿਸਾਨੀ ਜਿਵੇਂ ਸੰਦੀਲਾ ਭਾਈ ਕਿਸਾਨੀ ਮਰ ਗਈ ਤਾਂ ਪੰਜਾਬ ਮਰ ਗਿਆ। ਜਦੋਂ ਪੰਜਾਬ ਮਰ ਗਿਆ ਤਾਂ ਸਾਡੇ ਜਿਹੜੇ ਕਿਸੇ ਵੀ ਵਰਗ ਨਾਲ ਜੁੜੇ ਲੋਕ ਨੇ ਭੁੱਖੇ ਮਰ ਜਾਣਗੇ। ਕੋਈ ਜਿਹੜੇ ਅਸੀਂ ਕਲਾਕਾਰ ਹਾਂ ਸਾਡਾ ਤਾਂ ਟੋਟਲੀ ਹੀ ਡਿਪੈਂਡ ਕਿਸਾਨੀ ਤੇ ਡਿਪੈਂਡ ਹੈ। ਜਦੋਂ ਕਿਸਾਨਾਂ ਦੇ ਘਰੇ ਫਸਲ ਆਉਂਦੀ ਹੈ ਉਹ ਵਿਆਹ ਕਰਦੇ ਨੇ, ਉਹ ਸਾਡੇ ਪ੍ਰੋਗਰਾਮ ਬੁੱਕ ਕਰਦੇ ਨੇ। ਕਿਉਂ ਅਸੀਂ ਅਕਸਰ ਇਹ ਗੱਲ ਕਹਿੰਦੇ ਜਦੋਂ ਅਸੀਂ ਪ੍ਰੋਗਰਾਮਾਂ ਦੇ ਕਿਤੇ ਜਾਈਏ, ਸੰਦੀਲਾ ਭਾਜੀ ਵੀ ਗੱਲ ਕਹਿੰਦੇ ਹੁੰਦੇ ਨੇ, ਅਸੀਂ ਵੀ ਗੱਲ ਸੋਚਦੇ ਹੁੰਦੇ ਹਾਂ ਜਦੋਂ ਵਾਪਸ ਆਉਂਦੇ ਹਾਂ ਗੱਡੀ 'ਚ ਬੈਠੇ ਆਲੇ ਦੁਆਲੇ ਖੇਤ 'ਚ ਲਹਿਰ ਆਉਂਦੇ ਨੇ, ਫਸਲਾਂ ਦੇਖਦੇ ਹਾਂ ਤੇ ਅਸੀਂ ਸੋਚਦੇ ਵੀ ਐਤਕੀ ਫਸਲਾਂ ਝਾੜ ਵਧੀਆ ਹੋਊਗਾ। ਜਿੱਥੇ ਅਸੀਂ ਇਹ ਸੋਚਦੇ ਹਾਂ ਵੀ ਕਿਸਾਨ ਦੀ ਫਸਲ ਦਾ ਝਾੜ ਵਧੀਆ ਹੋਊਗਾ, ਉੱਥੇ ਅਸੀਂ ਇਹ ਵੀ ਸੋਚਦੇ ਸਾਡੇ ਪ੍ਰੋਗਰਾਮ ਦਾ ਝਾੜ ਵੀ ਵਧੀਆ ਹੋਊਗਾ। ਇਸ ਕਰਕੇ ਅਸੀਂ ਤਾਂ ਦੁਆ ਕਰਦੇ ਹਾਂ ਦਿਲੋਂ ਵੀ ਜਿਹੜਾ ਸਾਡਾ ਪੰਜਾਬ ਹੈ, ਸਾਡਾ ਪੰਜਾਬ ਦਾ ਕਿਸਾਨ ਆ, ਇਹ ਖੁਸ਼ਹਾਲ ਹੋਵੇ। ਜੇ ਪੰਜਾਬ ਦਾ ਕਿਸਾਨ ਖੁਸ਼ਹਾਲ ਆ ਤਾਂ ਹਰ ਵਰਗ ਖੁਸ਼ਹਾਲ। ਬਾਪੂ ਜੀ ਨਾਲ ਗੱਲ ਕੀਤੀ ਹੈ, ਉਹ ਕਹਿੰਦੇ ਨੇ ਕਿ ਇਹ ਸੰਘਰਸ਼ ਲੰਬਾ ਚੱਲੇਗਾ ਤੇ ਹੋ ਸਕਦਾ ਸਾਨੂੰ ਇੱਕ ਤੇ ਗੋਲੀਆਂ ਵੀ ਖਾਣੀਆਂ ਪੈਣ। ਕਿ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਜਾ ਕੇ ਤੁਸੀਂ ਕਿਸਾਨਾਂ ਦੇ ਨਾਲ ਖੜਦੇ ਹੋ? ਦੇਖੋ, ਇਹ ਇੱਕ ਇਤਿਹਾਸਕਾਰ ਨੇ ਲਿਖਿਆ ਵੀ ਬਿਨਾਂ ਕੁਰਬਾਨੀਆਂ ਤੋਂ ਕਿਸੇ ਚੀਜ਼ ਨਾਲ ਸਾਹਬ ਨਹੀਂ ਜੁੜਦਾ। ਜੇ ਚਮਕੌਰ ਨੂੰ ਚਮਕੌਰ ਸਾਹਿਬ ਕਿਹਾ ਜਾਂਦਾ, ਫਤਿਹਗੜ੍ਹ ਸਾਹਿਬ ਨੂੰ ਫਤਿਹਗੜ੍ਹ ਸਾਹਿਬ ਕਿਹਾ ਜਾਂਦਾ, ਉੱਤੇ ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ ਨੇ ਤਾਂ ਉਹਨਾਂ ਨਾਲ ਸਾਹਿਬ ਜੁੜਿਆ। ਤੇ ਜੇ ਸ਼ਹੀਦਾਂ ਨੂੰ ਅਸੀਂ ਯਾਦ ਕਰਦੇ, ਉਹਨੇ ਕੁਰਬਾਨੀਆਂ ਕੀਤੀਆਂ ਨੇ। ਤੇ ਜਦੋਂ ਇਹ ਤਾਂ ਸਾਡੇ
ਪੰਜਾਬ ਦਾ ਸ਼ੁਰੂ ਤੋਂ ਰਿਹਾ, ਜਦੋਂ ਪੰਜਾਬ ਦੇ ਵਿੱਚ ਵੀ ਕੋਈ ਔਕੜ ਆਈ ਆ, ਦੁਖਾਂਤ ਆਇਆ, ਕੋਈ ਅੰਦੋਲਨ ਚੱਲਿਆ, ਤਾਂ ਸਾਡੇ ਸੂਰਮੇ ਪੈਦਾ ਹੋਏ ਨੇ, ਜਿਹੜੇ ਸੰਤ ਮਹਾਂਪੁਰਸ਼ ਪੈਦਾ ਹੋਏ ਨੇ, ਜਿਨ੍ਹਾਂ ਨੇ ਮਾਲਾ ਵੀ ਫੜੀ ਹੈ ਤੇ ਇੱਥੇ ਜਦੋਂ ਲੋੜ ਪਈ ਆ ਸਾਡੇ ਸੂਰਬੀਰ ਯੋਧਿਆਂ ਨੇ ਹਥਿਆਰ ਵੀ ਫੜੇ ਨੇ। ਵਿੱਚ ਤੂਫਾਨਾਂ ਖੜਨ ਵਾਲੇ ਵੀ ਜੰਮਦੇ ਇਸੇ ਮਿੱਟੀ ਚੋਂ, ਨਾਲ ਜ਼ੁਲਮ ਦੇ ਲੜਨ ਵਾਲੇ ਵੀ ਜੰਮਦੇ ਇਸੇ ਮਿੱਟੀ ਚੋਂ। ਫਾਂਸੀ ਦਾ ਜਦ ਮੋਟਾ ਰੱਸਾ ਸਿਰ ਤੇ ਹੋਵੇ ਲਮਕ ਰਿਹਾ, ਪਾਠ ਆਜ਼ਾਦੀ ਪੜ੍ਹਨ ਵਾਲੇ ਵੀ ਜੰਮਦੇ ਇਸੇ ਮਿੱਟੀ ਚੋਂ। ਪੈਂਦੀ ਇੱਕ ਲਲਕਾਰ ਜਦੋਂ ਕਿ ਸੀਸ ਚਾਹੀਦਾ ਕੌਮ ਲਈ, ਸੀਸ ਤਲੀ ਤੇ ਧਰਨ ਵਾਲੇ ਵੀ ਜੰਮਦੇ ਇਸੇ ਮਿੱਟੀ ਚੋਂ। ਬਹੁਤੀ ਦੇਰ ਹਕੂਮਤ ਇੱਥੇ ਰਹਿੰਦੀ ਨਹੀਂ ਅਡਵੈਰਾਂ ਦੀ, ਉੱਚੀਆਂ ਧੌਣਾ ਫੜਨ ਵਾਲੇ ਵੀ ਜੰਮਦੇ ਇਸੇ ਮਿੱਟੀ ਚੋਂ। ਆਤਮਾ ਜੀ, ਦਿੱਲੀ ਤੱਕ ਜਾਂਦਾ ਹੈ ਜੇ ਕਿਸਾਨਾਂ ਦਾ ਅੰਦੋਲਨ, ਤੇ ਆਤਮਾ ਬੁੱਢੇਵਾਲ ਅੱਗੇ ਲੱਗ ਕੇ ਜਾਣਗੇ? ਬਿਲਕੁਲ ਜੀ ਬਿਲਕੁਲ, ਕੋਈ ਇਹ 'ਚ ਸ਼ੱਕ ਵਾਲੀ ਗੱਲ ਹੈ ਨਹੀਂ, ਕਿਉਂਕਿ ਜਿਹੜਾ ਇਹ ਜਜ਼ਬਾ ਨਾ ਸਾਡੇ ਖੂਨ ਦੇ ਵਿੱਚ ਹੈ। ਸਾਡੇ ਪਿਓ ਦਾਦੇ ਨੇ, ਸਾਡੇ ਗੁਰੂ ਸਾਹਿਬਾਨਾਂ ਨੇ ਸਾਡਾ ਜਜ਼ਬਾ ਭਰਿਆ ਹੋਇਆ ਕਿ ਜੇਕਰ ਕੁਰਬਾਨੀ ਦੀ ਲੋੜ ਪੈਂਦੀ ਹੈ ਸ਼ਾਇਦ ਲੱਗਦਾ ਕਲਾਕਾਰ ਸਭ ਤੋਂ ਮੂਹਰੇ ਹੋਣਗੇ। ਮੈਂ ਤੁਹਾਨੂੰ ਥੋੜਾ ਜਿਹਾ ਦਰੁਸਤ ਕਰਦਾ, ਅਸੀਂ ਕਲਾਕਾਰ ਅੱਗੇ ਲੱਗਣ ਲਈ ਨਹੀਂ ਆਏ, ਅਸੀਂ ਪਿੱਛੇ ਲੱਗਣ ਲਈ ਆਏ ਹਾਂ। ਮੈਂ ਪਹਿਲਾਂ ਸਟੇਜ ਤੇ ਵੀ ਕਿਹਾ ਸੀਗਾ, ਕਿਉਂਕਿ ਇਹਦੇ ਵਿੱਚੋਂ ਕਈਆਂ ਦੀ ਸੋਚ ਇਹ ਹੋਊਗੀ ਇਹ ਚੋਂ ਦੌਲਤ ਸ਼ੌਹਰਤ ਵੀ ਭਾਲਦੇ ਹੋਣਗੇ, ਜਾਂ ਆਪਦਾ ਲੀਡਰ ਵੀ ਚਮਕਾਉਣ ਦੀ ਕੋਸ਼ਿਸ਼ ਕਰਦੇ ਹੋਣਗੇ। ਇੱਦੋਂ ਵੀ ਸਾਨੂੰ ਕੋਈ ਪਾਰਟੀ ਅਪਰੋਚ ਕਰੇ, ਅਸੀਂ ਐਮਐਲਏ ਬਣ ਜਾਈਏ, ਸ਼ਾਇਦ ਸਾਡਾ ਵੀ ਦਾਅ ਲੱਗ ਜੇ। ਇੱਥੇ ਅਸੀਂ ਦਾਅ ਲਾਉਣ ਨਹੀਂ ਆਏ, ਅਸੀਂ ਇੱਥੇ ਮੂਹਰੇ ਹੋ ਕੇ ਨਾਅਰੇ ਲਾਉਣੀ, ਅਸੀਂ ਮੂਹਰੇ ਹੋ ਕੇ ਨਹੀਂ ਚੱਲਣਾ, ਅਸੀਂ ਕਿਸਾਨਾਂ ਦੇ ਪਿੱਛੇ ਹੋ ਕੇ ਚੱਲਣਾ। ਅਸੀਂ ਅਲੱਗ ਆਪਦੇ ਡੰਡੇ 'ਚ ਅਲੱਗ ਝੰਡਾ ਨਹੀਂ ਫਸਾਉਣਾ, ਜਿਹੜਾ ਕਿਸਾਨ ਯੂਨੀਅਨ ਦਾ ਝੰਡਾ ਅਸੀਂ ਇਹਦੇ ਥੱਲੇ ਹੀ ਚੱਲਣਾ। ਕਿਸਾਨ ਮੂਹਰੇ ਹੋਣਗੇ, ਅਸੀਂ ਉਹਨਾਂ ਦੇ ਪਿੱਛੇ ਹੋਵਾਂਗੇ। ਇਨਕਲਾਬ ਉਹ ਕਹਿਣਗੇ, ਯਾਨੀ ਪੁੱਤ ਬਣ ਕੇ ਪੰਜਾਬ ਦੇ ਗਾਇਕ ਹੋ ਤੁਸੀਂ, ਪੁੱਤ ਬਣ ਕੇ ਕਿਸਾਨਾਂ ਦਾ ਜਿਹੜਾ ਸਾਥ ਆ ਉਹ ਦਊਂਗੇ। ਨਹੀਂ, ਅਸੀਂ ਪੰਜਾਬੀ ਮਾਂ ਬੋਲੀ ਦੀ ਵੀ ਬੜੇ ਵਧੀਆ ਤਰੀਕੇ ਨਾਲ ਉੱਚੀ ਸੁੱਚੀ ਸੋਚ ਨਾਲ ਸੇਵਾ ਕੀਤੀ ਹੈ, ਤੇ ਅਸੀਂ ਅੱਜ ਇਸ ਅੰਦੋਲਨ ਦਾ ਹਿੱਸਾ ਬਣਿਆ। ਅਸੀਂ ਗੱਲਾਂ ਮਾਰਨ ਲਈ ਨਹੀਂ ਬਣੇ, ਅਸੀਂ ਇਹਨਾਂ ਲਈ ਦੁਆ ਕਰਨ ਲਈ ਵੀ ਆਏ ਹਾਂ। ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਅੰਦੋਲਨ ਜਲਦੀ ਸੰਪੂਰਨ ਹੋਵੇ, ਸਾਡੀ ਜਿੱਤ ਹੋਵੇ। ਜਿਵੇਂ ਅਸੀਂ ਅੱਜ ਇੱਥੇ ਖੜੇ ਆ ਕੇ ਅਸੀਂ ਕਿਸੇ ਦਿਨ ਜਸ਼ਨ ਵੀ ਮਨਾਈਏ ਤੇ ਇੱਥੇ ਭੰਗੜੇ ਵੀ ਪਾਈਏ। ਇਹ ਪਹਿਲੀ ਵਾਰ ਪੰਜਾਬ ਦੇ ਵਿੱਚ ਹੋਇਆ ਹੈ ਜਦੋਂ ਕਿਸਾਨ ਜਥੇਬੰਦੀਆਂ ਨੂੰ ਕਲਾਕਾਰ, ਗਾਇਕ, ਸਰਕਾਰੀ ਨੌਕਰੀਆਂ ਦੇ ਮੁਲਾਜ਼ਮ ਤੇ ਸਭ ਦਾ ਸਾਥ ਮਿਲਿਆ ਹੋਵੇ। ਇਸ ਵੇਲੇ ਸਾਡੇ ਨਾਲ ਵੀ ਸ਼ੰਭੂ ਮੋਰਚੇ ਦੇ ਵਿੱਚ ਸਾਬਕਾ ਜਿਹੜੇ ਐਕਸ ਸਰਵਿਸਮੈਨ ਨੇ, ਸਰਕਾਰੀ ਨੌਕਰੀ ਤੋਂ ਰਿਟਾਇਰਡ ਜਿਹੜੇ ਨੇ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਰ, ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਤੇ ਅਜਿਹੇ ਦੇ ਵਿੱਚ ਤੁਸੀਂ ਇੱਕ ਸਰਕਾਰੀ ਅਹੁਦੇ ਤੋਂ ਰਿਟਾਇਰਡ ਹੋ, ਅਜਿਹੇ ਦੇ ਵਿੱਚ ਤੁਸੀਂ ਕਿਵੇਂ ਸੋਚਿਆ ਕਿਸਾਨਾਂ ਦਾ ਸਾਥ ਦੇਣ ਬਾਰੇ? ਦੇਖੋ ਜੀ, ਇੱਦਾਂ ਇਹ ਜਿਹੜੇ ਸੈਂਟਰ ਨੇ ਜਿਹੜੇ ਕਾਲੇ ਕਾਨੂੰਨ ਬਣਾਏ ਹੈ, ਜਿਨ੍ਹਾਂ ਨੂੰ ਉਹਨਾਂ ਨੇ ਕਿਸਾਨਾਂ ਤੋਂ ਬਗੈਰ ਪੁੱਛੇ ਇਹ ਇਹਨਾਂ ਤੇ ਥੋਪੇ ਜਾ ਰਹੇ ਨੇ, ਇਹ ਕਿਸਾਨਾਂ ਨੂੰ ਬਿਲਕੁਲ ਤਬਾਹੀ ਤੱਕ ਲੈ ਜਾਣਗੇ। ਉਹਨਾਂ ਨੇ ਫਸਲਾਂ ਦੇ ਬਾਰੇ ਉਹਨਾਂ ਨੂੰ ਠੀਕ ਮੁੱਲ ਜਿਹੜਾ ਐਮਐਸਪੀ ਜਿਹੜੀ ਮਿਲਦੀ ਸੀ ਇਹ ਖਤਮ ਹੋ ਜਾਏਗੀ। ਭਾਜਪਾ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੇ ਬਿੱਲ ਨੇ, ਕਾਨੂੰਨ ਨੇ, ਕਿਸਾਨਾਂ ਦੇ ਹੱਕ ਦੇ ਵਿੱਚ ਨੇ। ਲਗਾਤਾਰ ਹੀ ਇਹੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਭਾਜਪਾ ਦੇ ਵੱਲੋਂ। ਇਹ ਬਿਲਕੁਲ ਭਾਰਤੀ ਜਨਤਾ ਪਾਰਟੀ ਔਰ ਸੈਂਟਰ ਦੀ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਇਹ ਕਿਸਾਨਾਂ ਦੇ ਹੱਕ ਵਿੱਚ ਨਹੀਂ ਹੈ, ਤੇ ਜਦੋਂ ਉਹਨਾਂ ਦੀ ਐਮਐਸਪੀ ਖਤਮ ਹੋ ਜਾਏਗੀ, ਮੰਡੀਆਂ ਖਤਮ ਹੋ ਜਾਣਗੀਆਂ, ਤੇ ਫਿਰ ਜਿਹੜੇ ਵੱਡੇ ਵੱਡੇ ਵਪਾਰੀ ਇੱਥੇ ਆਉਣਗੇ ਉਹ ਉਹਨਾਂ ਨੂੰ ਐਕਸਪਲੋਇਟ ਕਰ ਦੇਣਗੇ। ਜਿਹੜੀ ਵੀ ਇਨਫਰਾਸਟ੍ਰਕਚਰ ਹੁਣ ਤੱਕ ਬਣੀ ਹੈ ਪਿਛਲੇ 40-50 ਸਾਲਾਂ ਵਿੱਚ, ਉਹ ਬਿਲਕੁਲ ਢਹਿ ਢੇਰੀ ਹੋ ਜਾਏਗੀ, ਤੇ ਇਹਦੇ ਵਿੱਚ ਕਿਸਾਨ ਜਿਹੜੇ ਹੈ ਬਿਲਕੁਲ ਤਬਾਹੀ ਦੇ ਰਸਤੇ ਚਲੇ ਜਾਣਗੇ। ਤੇ ਦੂਜੀ ਗੱਲ ਜਿਹੜੀ ਉਹਨਾਂ ਨੇ ਕੀਤੀ ਹੈ ਕਿ ਜਿਹੜੇ ਉਹ ਕਹਿੰਦੇ ਕੰਟਰੈਕਟ ਫਾਰਮਿੰਗ, ਇਹ ਵੱਡੇ ਵੱਡੇ ਜਿਹੜੇ ਕਾਰਪੋਰੇਟ ਵਾਲੇ ਨੇ ਆਪਣੀ ਮਰਜ਼ੀ ਨਾਲ ਇਹ ਉਹਨਾਂ ਨਾਲ ਕੰਟਰੈਕਟ ਕਰਨਗੇ, ਤੇ ਉਸ ਤੋਂ ਬਾਅਦ ਉਹਨਾਂ ਨੂੰ ਸਹੀ ਕੀਮਤ ਦੇਣ ਤੋਂ ਪਿੱਛੇ ਹਟ ਜਾਣਗੇ, ਤੇ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਜਿਹੜੀਆਂ ਹੈ ਉਹ ਖੁਦ ਅਕਵਾਇਰ ਕਰਨਗੇ। ਤੇ ਸਾਡੇ ਜਿਹੜੇ ਓਨਰ ਨੇ, ਖੇਤੀਬਾੜੀ ਜਿਹੜੇ ਕਿਸਾਨ ਨੇ, ਉਹ ਇੱਕ ਮਜ਼ਦੂਰ ਦਾ ਤਬਕਾ ਰਹਿ ਜਾਏਗਾ ਇੱਥੇ। ਤੁਸੀਂ ਲੰਮੇ ਸਮੇਂ ਤੋਂ ਜਿਹੜਾ ਇਹ ਧਰਨਾ ਹੈ ਸ਼ੰਭੂ ਬਾਰਡਰ ਤੇ ਦਿੱਤਾ ਜਾ ਰਿਹਾ ਹੈ, ਤੁਸੀਂ ਇਸ ਧਰਨੇ ਦੇ ਵਿੱਚ ਸ਼ਿਰਕਤ ਕਦੋਂ ਕਰ ਰਹੇ ਹੋ, ਕਦੋਂ ਤੋਂ ਕਿਸਾਨਾਂ ਦੀ ਜਿਹੜੀ ਸਪੋਰਟ ਹੈ ਉਹਦੇ ਲਈ ਆਏ ਹੋ? ਦੇਖੋ ਜੀ, ਅਸੀਂ ਤਾਂ ਜਦ ਦਾ ਸ਼ੰਭੂ ਬਾਰਡਰ ਦਾ ਧਰਨਾ ਲੱਗਿਆ, ਪਹਿਲਾਂ ਇੰਟਰਨੈਟ ਤੇ ਫੋਲੋ ਕਰਕੇ ਵਿਚਾਰ ਸੁਣ ਕੇ ਉਹ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਸਾਰੇ ਇੱਥੇ ਇਕੱਠੇ ਹੋ ਕੇ ਆਏ ਆ। ਪਹਿਲਾਂ ਵੀ ਅਸੀਂ ਇੱਕ ਵਾਰੀ ਆਏ ਸੀ। ਸੋ ਜਿਹੜਾ ਇਹ ਹੁਣ ਐਕਸ ਸਰਵਿਸਮੈਨ ਵਿੰਗ ਦੇ ਮੂਵਮੈਂਟ ਦੇ ਸਾਡੇ ਜਿੰਨੇ ਵੀ ਸਾਥੀ ਨੇ ਉਹਨਾਂ ਨੇ ਇੱਥੇ ਆ ਕੇ ਸ਼ਮੂਲੀਅਤ ਕੀਤੀ ਹੈ। ਸਭ ਤੋਂ ਪਹਿਲਾਂ ਪੰਜਾਬ ਦੇ ਵਾਸੀ ਨੇ, ਕਿਸਾਨ ਨੇ, ਉਸ ਤੋਂ ਬਾਅਦ ਉਹ ਨੌਕਰੀਆਂ ਕਰਦੇ ਨੇ। ਕੋਈ ਫੌਜ ਚਲਾ ਜਾਂਦਾ ਜਾਂ ਕਿਸੇ ਹੋਰ ਨੌਕਰੀ ਕਰਦਾ। ਸੋ ਜਿਹੜਾ ਕਿਸਾਨਾਂ ਦਾ ਦਰਦ ਹੈ ਸਭ ਦਾ ਸਾਂਝਾ ਦਰਦ ਹੈ। ਸੋ ਇਸ ਕਰਕੇ ਜ਼ਰੂਰੀ ਹੈ ਕਿ ਹਾਂ ਦਾ ਨਾਰਾ ਮਾਰਨ ਵਾਸਤੇ ਸਾਰੇ ਪੰਜਾਬ ਦੇ ਜਿੰਨੇ ਵੀ ਵਰਗ ਨੇ ਸਾਰਿਆਂ ਨੂੰ ਇਕੱਠੇ ਹੋ ਕੇ ਇੱਥੇ ਆਉਣਾ ਚਾਹੀਦਾ, ਕਿਉਂਕਿ ਇਸ ਸ਼ੰਭੂ ਬਾਰਡਰ ਤੇ ਦੂਜੇ ਜਿਹੜੇ ਧਰਨੇ ਨੇ ਉਹਨਾਂ ਤੋਂ ਵਿਲੱਖਣ ਇਸ ਕਰਕੇ ਨੇ ਕਿ ਇਹ ਪੰਜਾਬ ਦੀ ਹੋਂਦ ਦੀ ਗੱਲ ਕਰਦੇ ਨੇ। ਸੋ ਜਿਹੜੀ ਪੰਜਾਬ ਦੀ ਪ੍ਰੋਬਲਮ ਹੈ ਉਹ ਸਿਰਫ 3 ਖੇਤੀਬਾੜੀ ਬਿੱਲਾਂ ਤੱਕ ਸੀਮਿਤ ਨਹੀਂ ਹੈ, ਉਹ ਹੋਂਦ ਤੱਕ ਸੀਮਿਤ ਹੈ। ਉੱਥੋਂ ਜਾ ਕੇ ਸਾਡਾ ਹੱਲ ਨਿਕਲਣਾ। ਸੋ ਬਹੁਤ ਚੰਗਾ ਉਪਰਾਲਾ ਹੈ ਜਿਹੜਾ ਇੱਥੇ ਸ਼ੰਭੂ ਬਾਰਡਰ ਤੇ ਇਹ ਜਿੰਨੇ ਵੀ ਸਾਥੀਆਂ ਨੇ ਇੱਥੇ ਲਗਾਇਆ ਹੈ, ਤੇ ਅਸੀਂ ਪੂਰਨ ਹਮਾਇਤ ਕਰਦੇ ਹਾਂ।
ਕਿਸਾਨਾਂ ਦਾ ਸੰਘਰਸ਼ ਜਿਹੜਾ ਹੈ ਜਾਰੀ ਹੈ। ਉਧਰੋਂ ਕੇਂਦਰ ਸਰਕਾਰ ਦੇ ਵੱਲੋਂ ਹਾਲਾਂਕਿ ਇੱਕ ਵਾਰ ਸੱਦਾ ਜ਼ਰੂਰ ਦਿੱਤਾ ਗਿਆ ਕਿਸਾਨਾਂ ਨੂੰ, ਪਰ ਕਿਸਾਨਾਂ ਨੇ ਉਸ ਸੱਦੇ ਨੂੰ ਠੁਕਰਾ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ। ਤੇ ਹੁਣ ਅਜਿਹੇ ਦੇ ਵਿੱਚ ਇਹ ਸੰਘਰਸ਼ ਹੁਣ ਹੋਰ ਵੀ ਵੱਡਾ ਜਿਹੜਾ ਰੂਪ ਧਾਰਨ ਕਰ ਰਿਹਾ ਹੈ, ਅੰਦੋਲਨ ਬਣਨ ਜਾ ਰਿਹਾ ਹੈ। ਤੇ ਤੁਹਾਡੇ ਵੱਲੋਂ ਕਿੱਥੇ ਤੱਕ ਸਾਥ ਦਿੱਤਾ ਜਾਏਗਾ ਕਿਸਾਨ ਜਥੇਬੰਦੀਆਂ ਦਾ? ਪਹਿਲਾਂ ਤੇ ਜੀ ਮੈਂ ਸਾਰਿਆਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਇੱਕੋ ਹੀ ਗੱਲ ਤੁਹਾਡੇ ਚੈਨਲ ਦੇ ਥਰੂ ਕਹਿਣਾ ਚਾਹੁੰਦਾ, ਪੰਜਾਬ ਦੇ ਵਿੱਚ ਇੱਕ ਬੜੀ ਪੁਰਾਣੀ ਕਹਾਵਤ ਹੈ ਕਿ 100 ਹੱਥ ਰੱਸਾ ਤੇ ਸਿਰੇ ਤੇ ਗੰਢ। ਆ ਜਿਹੜੀ ਹੈ ਤੁਸੀਂ ਅੱਜ ਦਾ ਜਿਹੜਾ ਸੰਘਰਸ਼ ਚੱਲ ਰਿਹਾ ਹੈ, ਇਹ ਤੁਸੀਂ ਮੈਨੂੰ ਦੱਸੋ ਕਿ ਕਿਸਾਨਾਂ ਨੇ ਇਹਨਾਂ ਬਿੱਲਾਂ ਦੇ ਪਾਸ ਹੋਣ ਤੋਂ ਪਹਿਲਾਂ ਕੀ ਕਿਸਾਨਾਂ ਨੇ ਤੁਹਾਡੇ ਕੋਲ ਜਾ ਕੇ ਕੋਈ ਫਰਿਆਦ ਕੀਤੀ ਕਿ ਸਾਨੂੰ ਆਹ ਪਰੇਸ਼ਾਨੀ ਹੈ ਤੇ ਤੁਸੀਂ ਆਹ ਸਾਡੇ ਵਾਸਤੇ ਬਿੱਲ ਪਾਸ ਕਰੋ? ਕਿਸੇ ਨੇ ਕਿਸਾਨਾਂ ਨਾਲ ਬੈਠ ਕੇ ਉਹਨਾਂ ਦੀ ਗੱਲ ਸੁਣੀ? ਨਹੀਂ ਸੁਣੀ। ਮੈਂ ਤਾਂ ਇੱਕੋ ਹੀ ਗੱਲ ਕਹਾਂਗਾ ਕਿ ਆਹ ਜਿਹੜਾ ਸੰਘਰਸ਼ ਚੱਲ ਰਿਹਾ ਹੈ, ਇਹਦਾ ਇੱਕੋ ਹੀ ਇੱਕ ਹੱਲ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਅੰਦਰ ਖਾਤੇ ਬੈਠ ਕੇ ਮਨ ਵਿੱਚ ਬੇਈਮਾਨੀਆਂ ਰੱਖ ਕੇ ਇਹ ਜਿਹੜਾ ਬਿੱਲ ਤੁਸੀਂ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ ਪਾਸ ਕੀਤਾ ਹੈ, ਉਸੇ ਤਰ੍ਹਾਂ ਹੀ ਇਸ ਨੂੰ ਬਿਲਕੁਲ ਰੂਬਰੂ ਪੂਰੀ ਤਰ੍ਹਾਂ ਇਹਨੂੰ ਕੈਂਸਲ ਕਰੋ। ਆਪਣੇ ਆਪ ਹੀ ਪੰਜਾਬ ਦੇ ਜਿਹੜੇ ਸਾਰੇ ਕਿਸਾਨ ਨੇ ਆਪਣੇ ਆਪਣੇ ਘਰੀ ਜਾਣ, ਆਪਣੀਆਂ ਮਿਹਨਤ ਕਰਨ ਤੇ ਆਪਣੇ ਸਾਰੇ ਦੇਸ਼ ਦੇ ਸਾਰਿਆਂ ਦਾ ਅਨਾਜ ਪੈਦਾ ਕਰਕੇ ਢਿੱਡ ਭਰਨ। ਲੇਕਿਨ ਤੁਸੀਂ ਕਿਸਾਨਾਂ ਨੂੰ ਇਹਨਾਂ ਦੀਆਂ ਇੱਥੇ ਸੰਘਰਸ਼ਾਂ ਵਿੱਚ ਰੱਖਿਆ ਤੇ ਤੁਸੀਂ ਸਮਝ ਲਓ ਕਿ ਇਹ ਦੇਸ਼ ਭੁੱਖਾ ਮਰ ਸਕਦਾ ਹੈ। ਇਹਦੇ ਵਿੱਚ ਕੋਈ ਵੱਡੀ ਟੈਕਨੀਕਲ ਗੱਲ ਨਹੀਂ ਹੈਗੀ। ਤੁਸੀਂ ਜਿਸ ਤਰੀਕੇ ਨਾਲ ਕੈਬਨਿਟ 'ਚੋਂ ਇਹ ਬਿੱਲ ਰਿਕਮੈਂਡ ਕਰਕੇ ਇਹਨਾਂ ਕਿਸਾਨਾਂ ਨੂੰ ਦੱਸਿਆ ਬਗੈਰ, ਜਿਸ ਤਰ੍ਹਾਂ ਤੁਸੀਂ ਪਾਰਲੀਮੈਂਟ 'ਚ ਪਾਸ ਕਰਕੇ ਰਾਸ਼ਟਰਪਤੀ ਕੋਲ ਭੇਜ ਦਿੱਤਾ, ਉਸੇ ਤਰੀਕੇ ਨਾਲ ਹੀ ਇਸ ਨੂੰ ਕੈਬਨਿਟ 'ਚ ਦੁਬਾਰਾ ਵਿਡਰਾ ਕਰਨ ਦਾ ਆਪਣਾ ਪ੍ਰਪੋਜ਼ਲ ਪਾਓ, ਆਪਣੇ ਪਾਰਲੀਮੈਂਟ 'ਚੋਂ ਪਾਸ ਕਰਕੇ ਰਾਸ਼ਟਰਪਤੀ ਕੋਲ ਭੇਜੋ ਔਰ ਇਸ ਬਿੱਲ ਨੂੰ ਕੈਂਸਲ ਕਰੋ। ਇਸ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ ਹੈ। ਔਰ ਉਸ ਤੋਂ ਬਾਅਦ ਜਦੋਂ ਬਿੱਲ ਕੈਂਸਲ ਕਰ ਦਿੰਦੇ ਹੋ, ਫਿਰ ਕਿਸਾਨਾਂ ਕੋਲ ਆਓ, ਦੱਸੋ ਫਿਰ ਤੁਸੀਂ ਕੀ ਕਰਨਾ ਚਾਹੁੰਦੇ ਹੋ, ਅਸੀਂ ਫਿਰ ਦੱਸਾਂਗੇ ਕਿ ਅਸੀਂ ਕੀ ਕਰਨਾ ਚਾਹੁੰਦੇ ਆ। ਔਰ ਇਹਨਾਂ ਨੂੰ ਕਿਸਾਨਾਂ ਵਿਚਾਰਿਆਂ ਨੂੰ ਗੁੰਮਰਾਹ ਨਾ ਕਰੋ। ਇਹਨਾਂ ਵਿਚਾਰਿਆਂ ਨੇ ਅਗਰ ਹੁਣ ਆਪਣੇ ਨਾਲ ਇਹਨਾਂ ਦੇ ਅਸੀਂ ਬੁੱਧੀਜੀਵੀ ਜਿੰਨੇ ਨੇ ਉਹਨਾਂ ਨੂੰ ਇਕੱਠੇ ਕਰਕੇ ਇਹਨਾਂ ਦੇ ਨਾਲ ਲਾ ਰਹੇ ਆ। ਇਹ ਆਪਣੇ ਪਹਿਲਾਂ ਪੂਰੇ ਬਿੱਲ ਨੂੰ ਸਮਝਣ, ਉਹਦੇ 'ਚ ਕੀ ਲਿਖਿਆ, ਉਹਦੇ ਵਿੱਚ ਜੋ ਜੋ ਖਾਮੀਆਂ ਨੇ, ਉਸ ਤੋਂ ਬਾਅਦ ਜਿਹੜਾ ਇਹਨਾਂ ਕੋਲੋਂ ਅਪਰੂਵ ਕਰਾ ਕੇ ਫਿਰ ਤੁਸੀਂ ਬਿੱਲ ਜਿਹੜਾ ਪਾਰਲੀਮੈਂਟ 'ਚ ਪਾਸ ਕਰੋ, ਉਹ 'ਚ ਡਿਸਕਸ਼ਨ ਕਰੋ, ਉਸ ਤੋਂ ਬਾਅਦ ਜੋ ਵੀ ਕਰਨਾ ਉਸ 'ਤੇ ਕਾਰਵਾਈ ਕਰ ਸਕਦੇ ਹੋ। ਇਹਦੇ ਨਾਲ ਜਿਹੜੀ ਹੈ ਇੱਕ ਤੋਂ ਸਭ ਤੋਂ ਵੱਡੀ ਗੱਲ, ਜਿਹੜੇ ਵੀ ਸਾਡੇ ਪੰਜਾਬ ਦੇ ਲੀਡਰ ਨੇ ਉਹਨਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਸਰਕਾਰਾਂ ਨੂੰ ਇਹ ਨਾ ਕਹੋ ਕਿ ਉਹਦੇ ਵਿੱਚ ਇੱਕ ਆਹ ਚੀਜ਼ ਐਡ ਕਰ ਦਿਓ, ਆ ਮਾੜੀ ਜੀ MSP ਐਡ ਕਰ ਦਿਓ। ਉਹਦੇ ਨਾਲ MSP ਤੇ ਪਹਿਲਾਂ ਹੀ ਆਰਡੀਨੈਂਸ ਪਾਸ ਹੈਗਾ, ਉਹਦੇ ਵਿੱਚ ਤੁਹਾਡੀਆਂ 32 ਕਰਾਪਸ ਜਿਹੜੀਆਂ ਹੈਗੀਆਂ ਨੇ ਆਲਰੇਡੀ MSP 'ਚ ਹੋ ਗਈਆਂ ਨੇ। ਪਰ ਤੁਸੀਂ ਕੀ ਕਰਦੇ ਹੋ, ਸਿਰਫ ਝੋਨਾ ਤੇ ਕਣਕ ਚੁੱਕਦੇ ਹੋ, ਬਾਕੀ ਕੋਈ MSP ਰੇਟ ਤੇ ਚੁੱਕ ਨਹੀਂ ਰਹੇ। ਤੁਸੀਂ ਆਪਣੇ ਆਰਡੀਨੈਂਸ ਪਹਿਲਾਂ ਤੁਸੀਂ ਉਹਨੂੰ ਲਾਗੂ ਨਹੀਂ ਕਰ ਰਹੇ ਤੇ ਬਾਕੀ ਤੁਸੀਂ ਹੋਰ ਕੀ ਕਰਨਾ ਹੈਗਾ। ਇਸ ਕਰਕੇ ਇਸ ਬਿੱਲ ਨੂੰ ਇਨਕੰਪਲੀਟ ਇਨ ਟੋਟੈਲਿਟੀ ਇਹਨੂੰ ਰੱਦ ਕਰੋ, ਵਾਪਸ ਲਾਓ। ਉਸ ਤੋਂ ਬਾਅਦ ਕਿਸਾਨਾਂ ਨਾਲ ਗੱਲ ਕਰੋ, ਤਾਂ ਹੀ ਸਾਡੇ ਪੰਜਾਬ ਦਾ ਤੇ ਸਾਡੇ ਦੇਸ਼ ਦਾ ਭਲਾ ਹੋ ਸਕਦਾ ਹੈ। ਸਰ, ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਆਏ ਹੋ ਕਿਸਾਨਾਂ ਦੇ ਸੰਘਰਸ਼ ਦੇ ਵਿੱਚ, ਤਾਂ ਤੁਹਾਨੂੰ ਕੀ ਲੱਗਦਾ ਇਹ ਸੰਘਰਸ਼, ਇਹ ਅੰਦੋਲਨ ਕਿਸੇ ਕਾਰੇ ਮਸਲੇ ਲੱਗੇਗਾ ਕਿ ਦਿੱਲੀ ਦਰਬਾਰ ਦੀਆਂ ਜਿਹੜੀਆਂ ਚੂੜਾਂ ਨੇ ਹਿੱਲਣਗੀਆਂ, ਕਿ ਦਿੱਲੀ ਸਰਕਾਰ ਤੱਕ ਇਹਦੀ ਆਵਾਜ਼ ਪਹੁੰਚੇਗੀ? ਜਦੋਂ ਅੱਤ ਹੋ ਜਾਂਦੀ ਹੈ ਨਾ ਇੱਕ ਪਾਸੇ ਦੀ, ਤਾਂ ਫਿਰ ਜ਼ਰੂਰ ਨੀਚੇ ਤੋਂ ਗਰਾਊਂਡ ਲੈਵਲ ਤੋਂ ਲੋਕ ਉੱਠਦੇ ਨੇ। ਹੁਣ ਮੈਨੂੰ ਲੱਗਦਾ ਕਿ ਸਾਰੇ ਪੰਜਾਬ, ਹਰਿਆਣਾ, ਮਹਾਰਾਸ਼ਟਰ, ਹੋਰ ਹਿੰਦੁਸਤਾਨ ਦੇ ਜਿਹੜੇ ਜਿੰਨੇ ਵੀ ਨੇ ਫਾਰਮਰਸ, ਉਹ ਖੜੇ ਹੋ ਗਏ ਨੇ ਕਿਉਂਕਿ ਉਹਨਾਂ ਨੂੰ ਤਕਲੀਫ ਹੋ ਰਹੀ ਹੈ ਇਸ ਚੀਜ਼ ਤੋਂ। MSP ਜਿਹੜੀ ਚੱਲ ਰਹੀ ਸੀ, ਹੁਣ ਤੱਕ ਕੰਮ ਠੀਕ ਠਾਕ ਚੱਲ ਰਿਹਾ ਸੀ। ਅਗਰ ਸਰਕਾਰ ਕੋਈ ਨਵਾਂ ਰੂਲ ਬਣਾਉਂਦੀ ਆ, ਉਹ ਇਹਦੀ ਭਲਾਈ ਦੇ, ਇਸ ਤੋਂ ਇੰਪਰੂਵਮੈਂਟ ਹੋਣੀ ਚਾਹੀਦੀ ਆ, ਇਸ ਤੋਂ ਅੱਗੇ ਅੱਛਾ ਬਣਨਾ ਚਾਹੀਦਾ। ਹੁਣ ਅੱਛੇ ਦੀ ਬਜਾਏ ਬੁਰਾ ਬਣ ਗਿਆ ਸਾਡੇ ਹਿਸਾਬ ਨਾਲ। ਅਗਰ ਬੁਰਾ ਬਣ ਗਿਆ, ਉਹ ਜਿਹੜੀ ਬੁਰੀ ਕਲੌਜ਼ਸ ਨੂੰ ਜਿੱਦਾਂ ਇਹਨਾਂ ਨੇ ਕਿਹਾ ਐਕਸੈਪਟ ਨਹੀਂ ਕਰਦੇ ਅਸੀਂ, ਪਹਿਲਾਂ ਤਾਂ ਇਨ ਟੋਟੈਲਿਟੀ ਉਹਨੂੰ ਕੈਂਸਲ ਕਰੋ, ਫਿਰ ਸਾਡੇ ਨਾਲ ਗੱਲਬਾਤ ਕਰੋ। ਜੋ ਕਲੌਜ਼ ਐਕਸੈਪਟੇਬਲ ਹੈਗੀ ਹੈ ਫਾਰਮਰਸ ਨੂੰ, ਕਿਉਂਕਿ ਇਹ ਸਾਰੇ ਪੂਅਰ ਬੰਦੇ ਨੇ, ਅੱਧੇ ਅਨਪੜ੍ਹ ਵੀ ਹੈਗੇ, ਤੇ ਜਦ ਤੱਕ ਤੁਸੀਂ ਇਹ ਲੋਕਾਂ ਨੂੰ ਸੈਟੀਸਫਾਈ ਨਹੀਂ ਕਰਦੇ, ਇਹਦਾ ਕੋਈ ਸਮਾਧਾਨ ਨਹੀਂ ਹੈ। ਇਹ ਸੰਘਰਸ਼ ਜਾਰੀ ਰਹੂਗਾ। ਔਰ ਅਸੀਂ ਪਹਿਲਾਂ ਜਵਾਨ ਬਾਅਦ ਸੀ, ਪਹਿਲਾਂ ਫਾਰਮਰ ਦੇ ਪੁੱਤ ਹੈ, ਹੁਣ ਦੁਬਾਰਾ ਫਿਰ ਫਾਰਮਰ ਬਣ ਗਏ ਅਗੇ ਰਿਟਾਇਰਮੈਂਟ ਤੋਂ ਬਾਅਦ। ਸਾਡੇ ਪੁੱਤ ਅਜੇ ਵੀ ਫਾਰਮਰ ਨੇ, ਉਹ ਫੌਜ ਵੀ ਗਏ ਹੋਏ ਨੇ। ਜੇ ਦਿੱਲੀ ਤੱਕ ਜਾਣਾ ਪਿਆ ਤਾਂ ਤੁਸੀਂ ਕਿਸਾਨਾਂ ਦੇ ਨਾਲ ਜਾਓਗੇ ਦਿੱਲੀ ਤੱਕ? ਬਿਲਕੁਲ ਨਾਲ ਜਾਵਾਂਗੇ, ਨਾਲ ਥਰੂ ਆਊਟ ਰਵਾਂਗੇ, ਥਰੂ ਆਊਟ। ਇੱਕ ਤੁਹਾਨੂੰ ਛੋਟੀ ਜਿਹੀ ਇੱਥੇ ਤੁਸੀਂ ਕਿਹਾ ਦਿੱਲੀ ਜਾਓਗੇ, ਮੈਂ ਇੱਥੇ ਕਹਿਣਾ ਚਾਹੁੰਦਾ, ਹੁਣੇ ਅਸੀਂ ਆਪਣੇ ਜਿਹੜਾ ਉਹਦੇ ਵਿੱਚ ਮੈਂ ਜੋ ਸਪੀਚ ਦੇ ਰਿਹਾ ਸੀ,
ਉਹਦੇ 'ਚ ਆਪਣੇ ਕਰਨਲ ਬਹਾਦਰ ਸਿੰਘ ਰੰਗੀ ਜਿਹੜੇ ਸਾਡੇ ਪ੍ਰੈਜ਼ੀਡੈਂਟ ਹੈਗੇ ਨੇ ਐਕਸ ਸਰਵਿਸਮੈਨ ਮੂਵਮੈਂਟ ਨਾਰਥ ਦੇ, ਮੈਂ ਜਨਰਲ ਸੈਕਟਰੀ ਹੈਗਾ। ਇਹ ਸਾਡੇ ਜਿਹੜੀ ਕੋਰ ਕਮੇਟੀ ਦੇ ਉਹਦੇ ਮੈਂਬਰਸ ਹੈਗੇ ਨੇ, ਕਰਨਲ ਅਵਤਾਰ ਸਿੰਘ ਹੀਰਾ, ਆਪਣੇ ਸਨੀ ਬਰਾੜ ਸਾਹਿਬ, ਇਹ ਸਾਰੇ ਉਹਨਾਂ ਦੇ ਐਗਜ਼ੀਕਿਊਟਿਵ ਕਮੇਟੀ ਦੇ ਮੈਂਬਰ ਹੈਗੇ ਨੇ। ਤੇ ਸਾਨੂੰ ਹੁਣੇ ਹੀ ਜਨਰਲ ਸਤਵੀਰ ਨੇ ਉੱਥੋਂ ਆਪਣੀ ਜਿਹੜੀ ਆਪਣੀ ਆਡੀਓ ਭੇਜੀ ਸੀ, ਉਹਨਾਂ ਨੇ ਪੂਰੀ ਪੂਰੀ ਹਮਾਇਤ ਪ੍ਰਗਟ ਕੀਤੀ ਹੈ। ਤੇ ਉਹਨਾਂ ਨੇ ਕਿਹਾ ਕਿ ਦਿੱਲੀ ਜਦੋਂ ਤੁਸੀਂ ਆਪਣਾ ਕੋਈ ਇਸ ਤਰ੍ਹਾਂ ਦਾ ਡੈਪੂਟੇਸ਼ਨ ਲੈ ਕੇ ਮਤਾ ਲੈ ਕੇ ਉੱਥੇ ਆਉਂਦੇ ਹੋ, ਅਸੀਂ ਸਾਰੇ ਤੁਹਾਡੇ ਨਾਲ ਇਕੱਠੇ ਹੋ ਕੇ ਤੇ ਇਹਨੂੰ ਅੱਗੇ ਸਰਕਾਰ ਦੇ ਅੱਗੇ ਜੋ ਵੀ ਤੁਸੀਂ ਜਿਸ ਤਰ੍ਹਾਂ ਦੇ ਤਰ੍ਹਾਂ ਨਾਲ ਅੱਗੇ ਗੱਲ ਰੱਖਣੀ ਚਾਹੁੰਦੇ ਹੋ ਉਹ ਸਾਡੇ ਨਾਲ ਰੱਖਣਗੇ। ਜੀ ਸਰ, ਬਹੁਤ ਬਹੁਤ ਸ਼ੁਕਰੀਆ। ਇਸੇ ਸਾਡੇ ਨਾਲ ਐਕਸ ਸਰਵਿਸਮੈਨ ਜਿਨ੍ਹਾਂ ਨੇ ਇਹ ਐਲਾਨ ਕੀਤਾ ਹੈ ਕਿ ਜੇ ਇਹ ਜੰਗ ਦਿੱਲੀ ਤੱਕ ਜਾ ਕੇ ਵੀ ਲੜਨੀ ਪਈ ਤੇ ਉੱਥੇ ਜਾ ਕੇ ਵੀ ਇਹ ਜੰਗ ਜਿਹੜੀ ਹੈ ਲੜੀ ਜਾਏਗੀ, ਪਰ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ, ਕਿਸਾਨਾਂ ਦੇ ਸੰਘਰਸ਼ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਜੁੜਨਗੇ। ਪੰਜਾਬ ਦੇ ਕਿਸਾਨ ਪੂਰੇ ਜੋਸ਼ੋ ਖਰੋਸ਼ ਦੇ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਿਆਂ, ਮੁਜ਼ਾਹਰਿਆਂ ਤੇ ਅੰਦੋਲਨਾਂ ਦੇ ਰਾਹ ਪਏ ਹੋਏ ਨੇ। ਹੁਣ ਵੇਖਣਾ ਇਹ ਹੋਏਗਾ ਕਿ ਇਹ ਸੰਘਰਸ਼ ਕਿਸੇ ਕਾਰੇ ਮਸਲੇ ਲੱਗਦਾ ਹੈ ਜਾਂ ਫਿਰ ਇਹ ਸੰਘਰਸ਼ ਅੱਗੇ ਜਾ ਕੇ ਹੋਰ ਵੀ ਤਿੱਖਾ ਹੋਏਗਾ। ਵੇਖਦੇ ਰਹੋ ਪੰਜਾਬ ਸਟਾਰ ਟੀਵੀ। ਧੰਨਵਾਦ।